ਕਨੈਕਟ FM ਤੇ ਅੱਜ ਤੁਸੀਂ ਸੁਣੋਗੇ ਗੁਲਜ਼ਾਰ ਦੀ ਲਿਖੀ ਕਹਾਣੀ ਰਾਵੀ ਪਾਰ। ਪਤਾ ਨਹੀਂ ਦਰਸ਼ਨ ਸਿੰਘ ਪਾਗਲ ਕਿਉਂ ਨਾ ਹੋ ਗਿਆ। ਬਾਪ ਘਰ ਵਿੱਚ ਹੀ ਮਰ ਗਿਆ ਸੀ ਅਤੇ ਮਾਂ ਉਸ ਬਚੇ ਖੁਚੇ ਗੁਰਦੁਆਰੇ ਵਿੱਚ ਗਵਾਚ ਗਈ ਸੀ। ਇੱਧਰ ਉਸ ਦੀ ਪਤਨੀ ਨੇ ਇੱਕੋ ਵੇਲੇ 2 ਬੱਚੇ ਜੰਮ ਦਿੱਤੇ, 2 ਪੁੱਤ ਜੋੜੇ। ਉਸ ਨੂੰ ਸਮਝ ਨਹੀਂ ਸੀ ਆਉਂਦੀ ਕਿ ਉਹ ਹੱਸੇ ਜਾਂ ਰੋਏ। ਇੱਕ ਹੱਥ ਲੈ ਇੱਕ ਹੱਥ ਦੇ ਵਾਲਾ ਸੌਦਾ ਕੀਤਾ ਸੀ ਕਿਸਮਤ ਨੇ। ਸੁਣਨ ਚਾਹੁੰਦਾ ਸੀ ਆਜ਼ਾਦੀ ਆ ਚੁੱਕੀ ਹੈ ਜਾਂ ਆ ਰਹੀ ਹੈ, ਪਰ ਟੋਡਰ ਮਲਪੁਰ ਕਦੋਂ ਪਹੁੰਚੇਗੀ ਇਹ ਪਤਾ ਨਹੀਂ ਸੀ ਲੱਗ ਰਿਹਾ। ਹਿੰਦੂ ਸਿੱਖ ਸਾਰੇ ਲੁਕਦੇ ਛਿਪਦੇ ਗੁਰਦੁਆਰੇ ਵਿੱਚ ਜਮ੍ਹਾਂ ਹੋ ਰਹੇ ਸਨ। ਦਰਸ਼ਨ ਸਿੰਘ ਦੀ ਪਤਨੀ ਦਿਨ ਰਾਤ ਪੀੜ ਨਾਲ ਹੂੰਗਦੀ ਰਹਿੰਦੀ ਸੀ। ਆਖਰੀ ਦਿਨਾਂ ਉੱਤੇ ਸੀ ਅਤੇ ਪਹਿਲੀ ਔਲਾਦ। ਦਰਸ਼ਨ ਸਿੰਘ ਨਿੱਤ ਦਿਹਾੜੀ ਨਵੀਆਂ ਖਬਰਾਂ ਲੈ ਕੇ ਆਉਂਦਾ ਸੀ ਫਸਾਦਾਂ ਦੀਆਂ, ਤੇ ਬਾਪ ਢਾਰਸ ਦਿੰਦਾ, ਉਹ ਕੁਝ ਨਹੀਂ ਹੋਣ ਲੱਗਾ ਪੁੱਤ, ਕੁਝ ਨਹੀਂ ਹੋਣ ਲੱਗਾ। ਅਜੇ ਤੱਕ ਕਦੇ ਕਿਸੇ ਹਿੰਦੂ ਸਿੱਖ ਦੇ ਘਰ ਹਮਲਾ ਹੋਇਆ ਹੀ? ਗੁਰਦੁਆਰੇ ਉੱਤੇ ਤਾਂ ਹੋਇਆ ਹੈ ਨਾ ਪਾਪਾ ਜੀ, 2 ਵਾਰੀ ਅੱਗ ਲੱਗ ਚੁੱਕੀ ਹੈ। ਫਿਰ ਵੀ ਤੁਸੀਂ ਸਾਰੇ ਉੱਥੇ ਹੀ ਜਾ ਕੇ ਜਮ੍ਹਾਂ ਹੋਣਾ ਚਾਹੁੰਦੇ ਹੋ। ਇਸ ਗੱਲ ਉੱਤੇ ਦਰਸ਼ਨ ਸਿੰਘ ਚੁੱਪ ਹੋ ਜਾਂਦਾ, ਪਰ ਜਿਸ ਨੂੰ ਵੀ ਵੇਖੋ ਉਹੀ ਘਰ ਛੱਡ ਕੇ ਗੁਰਦੁਆਰੇ ਵਿੱਚ ਜਮ੍ਹਾਂ ਹੋ ਰਿਹਾ ਸੀ। ਉਹ ਇੱਕ ਥਾਂ ਇਕੱਠੇ ਹੋਣ ਨਾਲ ਬੜਾ ਹੌਸਲਾ ਰਹਿੰਦਾ ਪਾਪਾ ਜੀ। ਆਪਣੀ ਗਲੀ ਵਿੱਚ ਤੇ ਹੁਣ ਕੋਈ ਹਿੰਦੂ ਜਾਂ ਸਿੱਖ ਰਹਿ ਹੀ ਨਹੀਂ ਗਿਆ, ਬਸ ਆਪਾਂ ਇਕੱਲੇ ਰਹਿ ਗਏ ਹਾਂ। 10-15 ਦਿਨ ਪਹਿਲਾਂ ਦੀ ਗੱਲ ਸੀ। ਰਾਤ ਵੇਲੇ ਪਾਪਾ ਜੀ ਦੇ ਡਿੱਗਣ ਦੀ ਆਵਾਜ਼ ਆਈ। ਵਿਹੜੇ ਵਿੱਚ ਸਾਰੇ ਉੱਠ ਬੈਠੇ। ਦੂਰ ਗੁਰਦੁਆਰੇ ਵਾਲੇ ਪਾਸਿਓਂ ਬੋਲੇ ਸੋਨੇ ਹਾਲ ਦੇ ਨਾਅਰੇ ਸੁਣਾਈ ਦੇ ਰਹੇ ਸਨ। ਪਾਪਾ ਜੀ ਦੀ ਉਸੇ ਨਾਲ ਅੱਖ ਖੁੱਲ੍ਹ ਗਈ ਸੀ ਅਤੇ ਉਹ ਕੋਠੇ ਉੱਤੇ ਵੇਖਣ ਚਲੇ ਗਏ ਸਨ। ਪੌੜੀਆਂ ਉਤਰਦੇ ਹੋਏ ਪੈਰ ਤਿਲਕਿਆ ਅਤੇ ਵਿਹੜੇ ਵਿੱਚ ਪਈ ਕਹੀ ਸਿਰ ਵਿੱਚ ਖੁੱਭ ਗਈ। ਕਿਸੇ ਤਰ੍ਹਾਂ ਪਾਪਾ ਜੀ ਦੇ ਸੰਸਕਾਰ ਪੂਰੇ ਕੀਤੇ। ਕੁਝ ਮਾਲ ਇੱਕ ਸਿਰਹਾਣੇ ਵਿੱਚ ਭਰਿਆ ਅਤੇ ਬਾਕੀ 3 ਜਣਿਆਂ ਨੇ ਗੁਰਦੁਆਰੇ ਵਿੱਚ ਜਾ ਸ਼ਰਨ ਲੈ ਲਈ। ਗੁਰਦੁਆਰੇ ਵਿੱਚ ਸਹਿਮੇ ਹੋਇਆਂ ਦੀ ਘਾਟ ਨਹੀਂ ਸੀ, ਇਸ ਵਾਸਤੇ ਹੌਸਲਾ ਵੀ ਰਹਿੰਦਾ ਸੀ। ਹੁਣ ਉਸ ਨੂੰ ਡਰ ਨਹੀਂ ਸੀ ਲੱਗਦਾ। ਦਰਸ਼ਨ ਸਿੰਘ ਕਹਿੰਦਾ, ਅਸੀਂ ਇਕੱਲੇ ਥੋੜ੍ਹੇ ਹੀ ਹਾਂ, ਹੋਰ ਕੁਝ ਨਹੀਂ ਤਾਂ ਵਾਹਿਗੁਰੂ ਦੇ ਨੇੜੇ ਤਾਂ ਹੈਗੇ ਹੀ ਹਾਂ। ਨੌਜਵਾਨ ਸੇਵਾਦਾਰਾਂ ਦਾ ਜੱਥਾ ਸਾਰਾ ਦਿਨ ਕੰਮ ਵਿੱਚ ਲੱਗਾ ਰਹਿੰਦਾ। ਲੋਕਾਂ ਨੇ ਆਪੋ ਆਪਣੇ ਘਰਾਂ ਵਿੱਚੋਂ ਜਿੰਨਾ ਵੀ ਆਟਾ, ਦਾਲ, ਘਿਓ ਸੀ ਚੁੱਕ ਲਿਆਂਦਾ ਸੀ। ਲੰਗਰ ਦਿਨ ਰਾਤ ਚੱਲਦਾ ਸੀ, ਪਰ ਕਦੋਂ ਤੱਕ ਚੱਲੇਗਾ? ਇਹ ਸਵਾਲ ਵੀ ਸਾਰਿਆਂ ਦੇ ਦਿਲਾਂ ਵਿੱਚ ਸੀ। ਤਾਂ ਵੀ ਲੋਕਾਂ ਨੂੰ ਆਸ ਸੀ ਕਿ ਸਰਕਾਰ ਕੋਈ ਫੌਜੀ ਟੁਕੜੀ ਭੇਜੇਗੀ। ਉਹ ਕਿਹੜੀ ਸਰਕਾਰ? ਅੰਗਰੇਜ਼ ਤੇ ਚੱਲ ਗਏ। ਉਹ ਇੱਥੇ ਪਾਕਿਸਤਾਨ ਤਾਂ ਬਣ ਗਿਆ, ਪਰ ਅਜੇ ਤੱਕ ਪਾਕਿਸਤਾਨ ਦੀ ਸਰਕਾਰ ਕੋਈ ਨਹੀਂ ਬਣੀ। ਸੁਣਿਆ ਹਰ ਪਾਸੇ ਮਿਲਟਰੀ ਘੁੰਮ ਰਹੀ ਆ ਅਤੇ ਆਪਣੀ ਹਿਫਾਜ਼ਤ ਹੇਠ ਸ਼ਰਨਾਰਥੀਆਂ ਦੇ ਕਾਫਲੇ ਬਾਰਡਰ ਤੱਕ ਪਹੁੰਚਾ ਦਿੰਦੀ ਆ। ਸ਼ਰਨਾਰਥੀ? ਉਹ ਕੀ ਹੁੰਦਾ? ਰਿਫਿਊਜੀ? ਇਹੋ ਜਿਹੇ ਲਫ਼ਜ਼ ਪਹਿਲੋਂ ਤਾਂ ਕਦੇ ਨਹੀਂ ਸੁਣੇ। 2-3 ਪਰਿਵਾਰਾਂ ਦਾ ਇੱਕ ਜੱਥਾ, ਜਿਨ੍ਹਾਂ ਕੋਲੋਂ ਦਬਾਅ ਸਹਾਰਿਆ ਨਾ ਗਿਆ, ਨਿਕਲ ਤੁਰੇ। ਆਪਾਂ ਤਾਂ ਚੱਲਦੇ ਹਾਂ, ਸਟੇਸ਼ਨ ਉੱਤੇ ਸੁਣਿਆ ਹੈ ਗੱਡੀਆਂ ਚੱਲ ਰਹੀਆਂ ਨੇ। ਉਹ ਇੱਥੇ ਵੀ ਘਾਤਾਂ ਹੀ ਬੈਠੇ ਰਵਾਂਗੇ? ਉਹ ਹਿੰਮਤ ਤੇ ਕਰਨੀ ਪਏਗੀ ਭਾਈ ਆਪੇ ਹੀ। ਵਾਹਿਗੁਰੂ ਨੇ ਮੋਢਿਆਂ ਤੇ ਚੁੱਕ ਕੇ ਤੇ ਨਹੀਂ ਨਾ ਛੱਡ ਆਉਣਾ ਜੇ। ਇੱਕ ਹੋਰ ਬੋਲ ਪਿਆ, ਨਾਨਕ ਨਾਮ ਜਹਾਜ਼ ਹੈ ਜੋ ਚੜ੍ਹੇ ਸੋ ਉਤਰੇ ਪਾਰ। ਕੁਝ ਲੋਕੀ ਜਦੋਂ ਨਿਕਲ ਜਾਂਦੇ ਤਾਂ ਖਲਾ ਦਾ ਇੱਕ ਬੁਲਬੁਲਾ ਜਿਹਾ ਬਣ ਜਾਂਦਾ ਮਾਹੌਲ ਵਿੱਚ। ਫਿਰ ਕੋਈ ਹੋਰ ਆ ਜਾਂਦਾ ਤਾਂ ਬਾਹਰ ਦੀਆਂ ਖਬਰਾਂ ਨਾਲ ਬੁਲਬੁਲਾ ਫਟ ਜਾਂਦਾ। ਖਬਰਾਂ ਇਹੋ ਜਿਹੀਆਂ, ਸਟੇਸ਼ਨ ਉੱਤੇ ਤਾਂ ਬਹੁਤ ਵੱਡਾ ਕੈਂਪ ਲੱਗਾ ਹੋਇਆ ਹੈ ਜੀ। ਲੋਕੀ ਭੁੱਖ ਨਾਲ ਵੀ ਮਰ ਰਹੇ ਨੇ ਤੇ ਖਾ ਕੇ ਵੀ ਬਿਮਾਰੀ ਫੈਲਦੀ ਜਾ ਰਹੀ ਹੈ। 5 ਦਿਨ ਪਹਿਲੋਂ ਇੱਕ ਗੱਡੀ ਲੰਘੀ ਸੀ ਇੱਥੋਂ, ਤਿਲ ਸੁੱਟਿਆ ਭੁੰਜੇ ਨਹੀਂ ਸੀ ਡਿੱਗਦਾ। ਛੱਤਾਂ ਉੱਤੇ ਵੀ ਲੋਕੀ ਚੜ੍ਹੇ ਹੋਏ ਸਨ, ਛੱਤਾਂ ਉੱਤੇ। ਸਵੇਰੇ ਸੰਗਰਾਂਦ ਸੀ। ਗੁਰਦੁਆਰੇ ਵਿੱਚ ਦਿਨ ਰਾਤ ਪਾਠ ਚੱਲਦਾ ਰਹਿੰਦਾ ਸੀ। ਬੜੀ ਸ਼ੁਭ ਘੜੀ ਵਿੱਚ ਦਰਸ਼ਨ ਸਿੰਘ ਦੀ ਘਰਵਾਲੀ ਨੇ ਜੋੜਿਆਂ ਨੂੰ ਜਨਮ ਦਿੱਤਾ ਸੀ। ਇੱਕ ਤਾਂ ਬਹੁਤ ਹੀ ਕਮਜ਼ੋਰ ਪੈਦਾ ਹੋਇਆ, ਬਚਣ ਦੀ ਉਮੀਦ ਹੀ ਨਹੀਂ ਸੀ, ਪਰ ਦਰਸ਼ਨ ਸਿੰਘ ਦੀ ਪਤਨੀ ਨੇ ਨਾੜੂ ਦੇ ਜ਼ੋਰ ਨਾਲ ਉਹਨੂੰ ਬੰਨ੍ਹੀ ਰੱਖਿਆ। ਸਪੈਸ਼ਲ ਗੱਡੀ ਆਈ ਜੇ ਰਿਫਿਊਜੀਆਂ ਨੂੰ ਲੈਣ, ਚਲੋ ਨਿਕਲ ਚੱਲੋ। ਇੱਕ ਵੱਡਾ ਸਾਰਾ ਜੱਥਾ ਰਵਾਨਾ ਹੋ ਗਿਆ ਗੁਰਦੁਆਰੇ ਵਿੱਚੋਂ। ਦਰਸ਼ਨ ਸਿੰਘ ਵੀ। ਦਰਸ਼ਨ ਸਿੰਘ ਦੀ ਘਰਵਾਲੀ ਬਹੁਤ ਕਮਜ਼ੋਰ ਹੋ ਗਈ ਸੀ, ਪਰ ਪੁੱਤਰਾਂ ਦੇ ਸਹਾਰੇ ਚੱਲਣ ਨੂੰ ਰਾਜ਼ੀ ਹੋ ਗਈ। ਮਾਂ ਨੇ ਹਿੱਲਣ ਤੋਂ ਨਾ ਕਰ ਦਿੱਤੀ। ਮੈਂ ਆ ਜਾਊਂਗੀ ਪੁੱਤ, ਆ ਜਾਊਂਗੀ, ਅਗਲੇ ਕਿਸੇ ਕਾਫਲੇ ਨਾਲ ਆ ਜਾਊਂਗੀ। ਤੂੰ ਮੇਰੀ ਨੂੰਹ ਤੇ ਮੇਰੇ ਪੋਤਿਆਂ ਨੂੰ ਲੈ ਕੇ ਸੰਭਲ ਕੇ ਨਿਕਲ ਜਾ। ਦਰਸ਼ਨ ਸਿੰਘ ਨੇ ਬਹੁਤ ਜ਼ਿੱਦ ਕੀਤੀ ਤਾਂ ਗ੍ਰੰਥੀ ਨੇ ਸਮਝਾਇਆ। ਸੇਵਾਦਾਰਾਂ ਨੇ ਹੱਲਾਸ਼ੇਰੀ ਦਿੱਤੀ, ਨਿਕਲ ਜਾਓ ਸਰਦਾਰ ਜੀ, ਇੱਕ ਇੱਕ ਕਰਕੇ ਸਾਰਿਆਂ ਨੇ ਬਾਰਡਰ ਪਾਰ ਕਰ ਜਾਣਾ। ਬੀਜੀ ਸਾਡੇ ਨਾਲ ਆ ਜਾਣਗੇ। ਦਰਸ਼ਨ ਸਿੰਘ ਨਿਕਲ ਤੁਰਿਆ ਸਾਰਿਆਂ ਦੇ ਨਾਲ।
ਢੱਕਣ ਵਾਲੀ ਇੱਕ ਬੈਂਤ ਦੀ ਟੋਕਰੀ ਵਿੱਚ ਬੱਚਿਆਂ ਨੂੰ ਪਾ ਕੇ ਇੰਜ ਸਿਰ ਉੱਤੇ ਚੁੱਕ ਲਿਆ ਜਿਵੇਂ ਪਰਿਵਾਰ ਦੀ ਛਾਬੜੀ ਲੈ ਕੇ ਹੋਕਾ ਦੇਣ ਨਿਕਲਿਆ ਹੋਵੇ। ਸਟੇਸ਼ਨ ਉੱਤੇ ਗੱਡੀ ਸੀ, ਪਰ ਗੱਡੀ ਵਿੱਚ ਥਾਂ ਨਹੀਂ ਸੀ। ਛੱਤ ਉੱਤੇ ਵੀ ਲੋਕੀ ਸੰਘਣੇ ਘਾਹ ਵਾਂਗ ਉੱਗੇ ਹੋਏ ਸਨ। ਵਿਚਾਰੀ ਨਵੀਂ ਬਣੀ ਮਾਂ ਅਤੇ ਨਵੇਂ ਜੰਮੇ ਬੱਚਿਆਂ ਨੂੰ ਵੇਖ ਕੇ ਲੋਕਾਂ ਨੇ ਜਗ੍ਹਾ ਦੇ ਦਿੱਤੀ ਅਤੇ ਛੱਤ ਉੱਤੇ ਚੜ੍ਹਾ ਲਿਆ। ਲਗਭਗ 10 ਘੰਟਿਆਂ ਪਿੱਛੋਂ ਗੱਡੀ ਵਿੱਚ ਥੋੜ੍ਹੀ ਜਿਹੀ ਹਰਕਤ ਹੋਈ। ਉਸ ਸ਼ਾਮ ਦਾ ਚਿਹਰਾ ਸੂਹਾ ਸੁਰਖ ਸੀ, ਲਹੂ ਲੁਹਾਨ, ਤਪਿਆ ਹੋਇਆ, ਤਮਤਮਾਇਆ ਹੋਇਆ ਚਿਹਰਾ। ਦਰਸ਼ਨ ਸਿੰਘ ਦੀ ਪਤਨੀ ਦੀਆਂ ਛਾਤੀਆਂ ਨੁਚੜ ਕੇ ਛਿਲਕਾ ਬਣ ਗਈਆਂ। ਇੱਕ ਬੱਚੇ ਨੂੰ ਰੱਖਦੀ ਤਾਂ ਦੂਸਰੇ ਨੂੰ ਚੁੱਕ ਲੈਂਦੀ। ਮੈਲੇ ਕੁਚੈਲੇ ਕੱਪੜਿਆਂ ਵਿੱਚ ਲਪੇਟੇ ਹੋਏ 2 ਬੱਚਿਆਂ ਦੀਆਂ ਪੋਟਲੀਆਂ ਲੱਗਦਾ ਸੀ ਕਿਸੇ ਕੂੜੇ ਦੇ ਢੇਰ ਤੋਂ ਚੁੱਕ ਕੇ ਲਿਆਏ ਹਨ। ਕੁਝ ਘੰਟਿਆਂ ਬਾਅਦ ਜਦੋਂ ਗੱਡੀ ਦੇ ਚੁਫੇਰੇ ਹਨੇਰਾ ਪਸਰ ਗਿਆ ਤਾਂ ਦਰਸ਼ਨ ਸਿੰਘ ਨੇ ਗੌਰ ਕੀਤਾ ਕਿ ਇੱਕ ਬੱਚੇ ਦੇ ਹੱਥ ਪੈਰ ਤਾਂ ਹਿਲਦੇ ਸਨ, ਕਦੀ ਰੋਣ ਦੀ ਆਵਾਜ਼ ਵੀ ਆਉਂਦੀ ਸੀ, ਪਰ ਦੂਸਰਾ ਬਿਲਕੁਲ ਅਹਿੱਲ ਤੇ ਚੁੱਪ ਸੀ। ਪੋਟਲੀ ਵਿੱਚ ਹੱਥ ਪਾ ਕੇ ਵੇਖਿਆ ਤਾਂ ਕਦੋਂ ਦਾ ਠੰਡਾ ਹੋ ਚੁੱਕਾ ਸੀ। ਦਰਸ਼ਨ ਸਿੰਘ ਇੰਜ ਫੁੱਟ ਕੇ ਰੋਇਆ ਕਿ ਆਸ-ਪਾਸ ਦੇ ਲੋਕਾਂ ਨੂੰ ਵੀ ਪਤਾ ਲੱਗ ਗਿਆ। ਸਭ ਨੇ ਚਾਹਿਆ ਕਿ ਦਰਸ਼ਨ ਸਿੰਘ ਦੀ ਬੀਵੀ ਕੋਲੋਂ ਉਹ ਬੱਚਾ ਲੈ ਲਿਆ ਜਾਏ, ਪਰ ਉਹ ਤਾਂ ਪਹਿਲਾਂ ਹੀ ਪਥਰਾ ਚੁੱਕੀ ਸੀ। ਟੋਕਰੀ ਨੂੰ ਜੱਫਾ ਮਾਰ ਕੇ ਬੈਠ ਗਈ। ਨਾ ਭਰਾ ਤੋਂ ਬਗੈਰ ਉਹ ਦੁੱਧ ਨਹੀਂ ਪੀਂਦਾ। ਅਨੇਕਾਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਦਰਸ਼ਨ ਸਿੰਘ ਦੀ ਬੀਵੀ ਨੇ ਟੋਕਰੀ ਨਹੀਂ ਛੱਡੀ। ਗੱਡੀ 10 ਵਾਰ ਰੁਕੀ, 10 ਵਾਰ ਚੱਲੀ। ਲੋਕੀ ਹਨੇਰੇ ਵਿੱਚ ਅੰਦਾਜ਼ੇ ਲਗਾਈ ਜਾਂਦੇ ਸਨ। ਲਓ ਜੀ, ਖੈਰਾਬਾਦ ਨਿਕਲ ਗਿਆ ਜੇ। ਉਹ ਨਹੀਂ ਜੀ, ਇਹ ਤੇ ਗੁਜਰਾਂਵਾਲਾ ਏ। ਬਸ 1 ਘੰਟਾ ਹੋਰ ਤੇ ਪਹੁੰਚ ਗਏ ਲਾਹੌਰ, ਤੇ ਬਸ ਫਿਰ ਅੱਗੇ ਹਿੰਦੁਸਤਾਨ ਏ। ਜੋਸ਼ ਵਿੱਚ ਲੋਕੀ ਨਾਅਰੇ ਵੀ ਮਾਰਨ ਲੱਗ ਗਏ ਸਨ। ਹਰ ਹਰ ਮਹਾਦੇਵ, ਜੋ ਬੋਲੇ ਸੋ ਨਿਹਾਲ। ਗੱਡੀ ਇੱਕ ਪੁਲ ਉੱਤੇ ਚੜੀ ਤਾਂ ਲਹਿਰ ਜਿਹੀ ਦੌੜ ਗਈ। ਰਾਵੀ ਆ ਗਿਆ ਜੇ, ਰਾਵੀ, ਲਾਹੌਰ ਪਹੁੰਚ ਗਏ ਹਾਂ, ਲਾਹੌਰ। ਇਸ ਸ਼ੋਰ ਵਿੱਚ ਕਿਸੇ ਨੇ ਦਰਸ਼ਨ ਸਿੰਘ ਦੇ ਕੰਨਾਂ ਵਿੱਚ ਫੁਸਫੁਸਾ ਕੇ ਕਿਹਾ, ਸਰਦਾਰ ਜੀ, ਬੱਚੇ ਨੂੰ ਇੱਥੇ ਹੀ ਸੁੱਟ ਦਿਓ, ਰਾਵੀ ਵਿੱਚ। ਉਹਦਾ ਕਲਿਆਣ ਹੋ ਜਾਏਗਾ। ਉਸ ਪਾਸੇ ਲਿਜਾ ਕੇ ਕੀ ਕਰਨਾ ਜੇ? ਦਰਸ਼ਨ ਸਿੰਘ ਨੇ ਸਹਿਜੇ ਜਿਹੇ ਟੋਕਰੀ ਦੂਰ ਖਿਸਕਾ ਲਈ, ਫਿਰ ਇੱਕਦਮ ਪੋਟਲੀ ਚੁੱਕੀ ਅਤੇ ਵਾਹਿਗੁਰੂ ਕਹਿ ਕੇ ਰਾਵੀ ਵਿੱਚ ਵਗਾ ਮਾਰੀ। ਹਨੇਰੇ ਵਿੱਚ ਹਲਕੀ ਜਿਹੀ ਆਵਾਜ਼ ਸੁਣਾਈ ਦਿੱਤੀ, ਕਿਸੇ ਬੱਚੇ ਦੀ। ਦਰਸ਼ਨ ਸਿੰਘ ਨੇ ਘਬਰਾ ਕੇ ਆਪਣੀ ਪਤਨੀ ਵੱਲ ਦੇਖਿਆ। ਮੁਰਦਾ ਬੱਚਾ ਉਸ ਦੀ ਪਤਨੀ ਦੀ ਛਾਤੀ ਨਾਲ ਚਿੰਬੜਿਆ ਹੋਇਆ ਸੀ। ਉਸ ਦੀ ਪਤਨੀ ਨੇ ਉਸ ਨੂੰ ਘੁੱਟ ਕੇ ਸੰਭਾਲਿਆ ਹੋਇਆ ਸੀ। ਫੇਰ ਤੋਂ ਸ਼ੋਰ ਦਾ ਇੱਕ ਵਾਵਰੋਲਾ ਜਿਹਾ ਉੱਠਿਆ, ਵਾਗਾ ਵਾਗਾ, ਹਿੰਦੁਸਤਾਨ ਜ਼ਿੰਦਾਬਾਦ। ਤੇ ਗੱਡੀ ਅੱਗੇ ਵੱਧਦੀ ਰਹੀ।